ਕੀ ਲੱਗ ਰਿਹਾ 2022 ਨੂੰ ਲੈ ਕੇ ਜਿਵੇਂ ਪਾਰਟੀਆਂ ਦੇ ਵਿੱਚ ਘਮਾਸਾਨ ਮੱਚਿਆ ਹੋਇਆ? ਕਿਸੇ ਇੱਕ ਪਾਰਟੀ ਦੀ ਸਰਕਾਰ ਨਹੀਂ ਬਣਦੀ। ਮੈਨੂੰ ਲੱਗਦਾ ਕਿ ਖਿਚੜੀ ਸਰਕਾਰ ਬਣੂਗੀ। 24 ਦੇ ਵਿੱਚ ਅਸੀਂ ਦੁਬਾਰਾ ਇਲੈਕਸ਼ਨਾਂ ਚਾਹਾਂਗੇ। ਮੇਰਾ ਡਰ ਹੈ ਇਹ। ਜੇ ਮੰਨ ਲਓ ਕੈਪਟਨ ਸਾਹਿਬ ਨੇ ਚੰਗਾ ਕੰਮ ਕੀਤਾ ਹੁੰਦਾ, ਸਿੱਧੂ ਕਿਤੇ ਨੇੜੇ ਤੇੜੇ ਵੀ ਨਹੀਂ ਸੀ ਹੋਣਾ। ਉਹ ਸਿੱਧੂ ਸਾਹਿਬ ਆਏ ਤੇ ਕੈਪਟਨ ਸਾਹਿਬ ਨੇ ਉਹਨਾਂ ਦੀ ਚੱਲਣ ਹੀ ਨਾ ਦਿੱਤੀ, ਲੜਦੇ ਹੀ ਰਹੇ ਦੋਨੋਂ ਆਪਸ ਦੇ ਵਿੱਚ। ਫਿਰ ਤੁਸੀਂ ਮੰਨ ਕੇ ਚੱਲੋ ਸਿੱਧੂ, ਕੈਪਟਨ ਤੇ ਕਾਂਗਰਸ ਤਿੰਨੇ ਸਾਫ਼ ਹੋ ਜਾਣਗੇ। ਲੜਾਈ ਇਕੱਲੇ ਕੈਪਟਨ ਦੀ ਹੈ ਔਰ ਕੈਪਟਨ ਦੇ ਨਾਲ ਆਪਣੀ ਲੜਾਈ ਹੈ। ਠੀਕ ਹੈ। ਕੈਪਟਨ ਦੀ ਕੈਪਟਨ ਦੇ ਨਾਲ ਹੀ ਲੜਾਈ ਹੈ। ਲੋਕਾਂ ਨੇ ਅੱਜ ਤੋਂ 4.5 ਸਾਲ ਪਹਿਲਾਂ ਉਹਨਾਂ ਨੂੰ ਬਹੁਤ ਉਮੀਦਾਂ ਨਾਲ ਮਤਲਬ ਕਿ ਇੱਕ ਕੁਰਸੀ ਦਿੱਤੀ ਸੀ, ਕਿਉਂਕਿ ਬਹੁਤ ਜ਼ਿਆਦਾ ਅਕਾਲੀ ਸਰਕਾਰ ਤੋਂ ਲੋਕ ਦੁਖੀ ਸੀ। ਕਨਸੈਪਸ਼ਨ ਇਹ ਬਣ ਗਈ ਕਿ ਜਿਹੜੀ ਕੈਪਟਨ ਸਾਹਿਬ ਹੈਗੇ ਉਹ ਬੇਸਿਕਲੀ ਬਾਦਲਾਂ ਨਾਲ ਮਿਲ ਕੇ ਹੀ ਸਾਰਾ ਕੰਮ ਚਲਾ ਰਿਹਾ। ਇੱਕ ਤਰੀਕੇ ਨਾਲ ਬਾਦਲਾਂ ਨੇ ਆਪਣੀ ਜਿਹੜੀ ਸੱਤਾ ਸੀਗੀ ਉਹ ਹੌਲੀ ਜੀ ਸਾਰਾ ਸਿਸਟਮ ਸੇਮ ਕੈਪਟਨ ਸਾਹਿਬ ਦੇ ਹਵਾਲੇ ਕਰਤਾ। ਪ੍ਰਸ਼ਾਸਨ ਦੇ ਲੋਕ ਤੇ ਪੁਲਿਸ ਦੇ ਲੋਕ ਤਾਂ ਓਪਨਲੀ ਕਹਿੰਦੇ ਆ ਕਿ ਇੱਥੇ ਅੱਜ ਵੀ ਅਕਾਲੀਆਂ ਦੀ ਚੱਲਦੀ ਹੈ। ਸਿੱਧੂ ਸਾਹਿਬ ਦੇ ਅੱਗੇ ਆਉਣ ਨਾਲ ਕਾਂਗਰਸ ਨੂੰ ਫਾਇਦਾ ਹੋਵੇਗਾ? ਹੋਏਗਾ, ਠੀਕ। ਕਿਉਂਕਿ ਜਿਹੜੀ ਲੋਕਾਂ ਦੀ ਨਾਰਾਜ਼ਗੀ ਬਹੁਤੀ ਨਾ ਹੁਣ ਕਾਂਗਰਸ ਸਰਕਾਰ ਤੋਂ ਨਹੀਂ ਇੰਨੀ ਹੈਗੀ ਜਿੰਨੀ ਕੈਪਟਨ ਸਾਹਿਬ ਨਾਲ ਹੈ। ਮੈਨੂੰ ਲੱਗਦਾ ਕਿ ਬੰਗਾਲ ਦੇ ਝਟਕੇ ਤੋਂ ਬਾਅਦ ਭਾਜਪਾ ਥੋੜੀ ਜਿਹੀ ਬੈਕਫੁੱਟ ਤੇ ਆ। ਹੁਣ ਉਹ ਸ਼ਰਾਰਤਾਂ ਤਾਂ ਕਰ ਰਹੀ ਹੈ, ਇਹੋ ਜਿਹੇ ਬਿੱਲ ਤਾਂ ਲਿਆ ਰਹੀ ਹੈ, ਲੇਕਿਨ ਬਹੁਤ ਅੰਦਰ ਖਾਤੇ, ਬਹੁਤ ਵੱਡੀ ਕਿਸੇ ਚੀਜ਼ ਨੂੰ ਹੱਥ ਨਹੀਂ ਪਾ ਰਹੀ ਉਹ। ਤੇ ਜਿੰਨੀ ਦੇਰ ਕਿਸਾਨ ਅੰਦੋਲਨ ਚੱਲਦਾ ਸ਼ਾਇਦ ਉਹ ਪਾਵੇ ਵੀ ਨਾ। ਆਮ ਆਦਮੀ ਪਾਰਟੀ ਦਾ ਕਿਵੇਂ ਦੇਖਦੇ ਹੋ? ਆਮ ਆਦਮੀ ਪਾਰਟੀ ਪਿਛਲੀ ਵਾਰ 100 ਸੀਟਾਂ ਦਾ ਦਾਅਵਾ ਕਰਦੀ ਸੀ, 20 ਤੇ ਸਿਮਟ ਗਈ ਸੀ। ਲੋਕ ਹੁਣ ਇਹ ਸੋਚਦੇ ਨੇ ਕਿ ਯਾਰ ਰਵਾਇਤੀ ਪਾਰਟੀਆਂ ਨੂੰ ਵਾਰ-ਵਾਰ ਚੈੱਕ ਕਰ ਰਹੇ, ਇੱਕ ਮੌਕਾ ਆਪ ਨੂੰ ਦਿਓ। ਈਵਨ ਪਹਿਲਾਂ ਪਿਛਲੀ ਵਾਰੀ ਆਪ ਨੂੰ ਸ਼ਹਿਰਾਂ 'ਚੋਂ ਸਪੋਰਟ ਨਹੀਂ ਮਿਲੀ, ਹੁਣ ਸ਼ਹਿਰੀ ਵੀ ਕਹਿਣ ਲੱਗ ਪਏ ਯਾਰ ਕਿ ਇੱਕ ਵਾਰੀ ਇਹਨਾਂ ਨੂੰ ਚੈੱਕ ਕਰੋ। ਡਿਪੈਂਡ ਕਰਦਾ ਹੈ ਕਿ ਆਪ ਵਾਲੇ ਆਪ ਆਪਣਾ ਕਿੰਨਾ ਕੁ ਨੁਕਸਾਨ ਕਰਦੇ ਆ। ਪਿਛਲੀ ਵਾਰੀ ਵੀ ਆਪ ਨੇ ਖੁਦ ਹੀ ਗਲਤੀਆਂ ਕੀਤੀਆਂ, ਔਰ ਜੇ ਆਪ ਵਾਲੇ ਐਤਕੀ ਉਹ ਗਲਤੀ ਨਹੀਂ ਕਰਦੇ ਤਾਂ ਉਹ ਸ਼ਰਤੀਆ ਸੁਧਾਰ ਕਰਨਗੇ। ਸੱਭਿਆਚਾਰਕ ਤੌਰ ਤੇ ਮਤਲਬ ਕਿ ਟਕਰਾਅ ਹੈ। ਸਾਨੂੰ ਦਿੱਲੀ ਸ਼ੁਰੂ ਤੋਂ ਹੀ ਪਸੰਦ ਨਹੀਂ। ਸਾਡੀ ਅਵਚੇਤਨ 'ਚ ਪਿਆ ਕਿ ਦਿੱਲੀ ਜਿਹੜੀ ਹੈਗੀ ਪੰਜਾਬ ਦੀ ਕਦੇ ਮਿੱਤਰ ਨਹੀਂ ਹੋਈ, ਦਿੱਲੀ ਕਦੇ ਸਾਡੀ ਸਖੀ ਨਹੀਂ ਹੋਈ। ਲੋਕ ਅਸੈਪਟ ਕਰਦੇ ਆ ਭਗਵੰਤ ਮਾਨ ਨੂੰ ਐਜ ਏ ਸੀਐਮ ਜਾਂ ਨਹੀਂ ਕਰਦੇ? 100% ਥਰਲੇ ਕਾਡਰ ਨੂੰ ਭਗਵੰਤ ਮਾਨ ਪਸੰਦ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਆਵਾਜ਼ ਟੀਵੀ ਤੇ ਮੈਂ ਮਨਿੰਦਰਜੀਤ ਸਿੱਧੂ। ਦੋਸਤੋ, ਤੁਸੀਂ ਦੇਖ ਹੀ ਰਹੇ ਹੋ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਘਮਾਸਾਨ ਮੱਚਿਆ ਹੋਇਆ। ਪੰਜਾਬ ਦੇ ਅਸਲ ਮੁੱਦਿਆਂ ਨੂੰ ਛੱਡ ਕੇ ਰਾਜਨੀਤੀ ਸਿਰਫ ਇਸੇ ਗੱਲ ਤੇ ਭਾਰੂ ਹੋਈ ਪਈ ਹੈ ਕਿ ਕੌਣ ਕਿਸ ਪਾਰਟੀ ਦਾ ਪ੍ਰਧਾਨ ਬਣੇਗਾ, ਕੌਣ ਪਾਰਟੀ ਅੱਗੇ ਆਵੇਗੀ, ਕਿਹੜਾ ਲੀਡਰ ਅੱਗੇ ਆਵੇਗਾ। ਅਸਲ ਮੁੱਦਿਆਂ ਤੋਂ ਜਿਹੜਾ ਹਰੇਕ ਪਾਰਟੀ ਦਾ ਧਿਆਨ ਨਹੀਂ ਹੈ, ਸਿਰਫ ਆਪਣੀ ਪਾਰਟੀ ਦੇ ਵਿੱਚ ਆਪਣੀ ਜਗ੍ਹਾ ਕਿਵੇਂ ਬਣਾਉਣੀ ਹੈ, ਇਸ ਵੱਲ ਧਿਆਨ ਚੱਲ ਰਿਹਾ। ਤਾਂ ਜਿਹੜੇ ਲੋਕਾਂ ਦੇ ਮੁੱਦੇ ਆ ਉਹਨਾਂ ਵੱਲ ਧਿਆਨ ਕਦੋਂ ਦੇਣਗੇ, ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਪ੍ਰੋਫੈਸਰ ਪਾਲੀ ਭੁਪਿੰਦਰ ਜੀ ਨੇ, ਉਹਨਾਂ ਨਾਲ ਗੱਲਬਾਤ ਕਰਦੇ। ਪ੍ਰੋਫੈਸਰ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਪ੍ਰੋਫੈਸਰ ਸਾਹਿਬ, ਕਿਵੇਂ ਦੇਖਦੇ ਹੋ ਪੰਜਾਬ ਦੀ ਰਾਜਨੀਤੀ ਨੂੰ? ਤੁਸੀਂ ਸਮੇਂ-ਸਮੇਂ ਤੇ ਆਪਣੇ ਵਿਚਾਰ ਦਿੰਦੇ ਰਹਿੰਦੇ ਹੋ। ਕੀ ਲੱਗ ਰਿਹਾ 2022 ਨੂੰ ਲੈ ਕੇ ਜਿਵੇਂ ਪਾਰਟੀਆਂ ਦੇ ਵਿੱਚ ਘਮਾਸਾਨ ਮੱਚਿਆ ਹੋਇਆ, ਕਿਸ ਦੇ ਸਿਰ ਤੇ ਉੱਤੇ ਜੇਕਰ ਤਾਜ ਸਜੇਗਾ? ਕਿਸੇ ਇੱਕ ਪਾਰਟੀ ਦੀ ਸਰਕਾਰ ਆ ਜਾਵੇਗੀ ਜਾਂ ਮਿਲਗੋਭਾ ਬਣੇਗਾ ਵੀ ਸਾਰੀਆਂ ਰਲ ਮਿਲ ਕੇ ਬਣਾਉਣੀਆਂ? ਮੈਨੂੰ ਮਨਿੰਦਰ ਜੀ ਦੋ ਸ਼ੰਕਾਵਾਂ ਨੇ। ਇੱਕ ਤਾਂ ਇਹ ਹੈ ਕਿ ਕਿਸੇ ਇੱਕ ਪਾਰਟੀ ਦੀ ਸਰਕਾਰ ਨਹੀਂ ਬਣਦੀ। ਠੀਕ ਹੈ। ਮੈਨੂੰ ਲੱਗਦਾ ਕਿ ਖਿਚੜੀ ਸਰਕਾਰ ਬਣੂਗੀ ਔਰ ਥੋੜ੍ਹੀਆਂ ਜਿਹੀਆਂ ਸੀਟਾਂ ਕਿਸੇ ਨਾ ਕਿਸੇ ਪਾਰਟੀ ਕੋਲ ਘਟਣਗੀਆਂ। ਠੀਕ ਹੈ ਜੀ। ਅਤੇ ਦੂਜਾ ਮੈਨੂੰ ਇਹ ਵੀ ਲੱਗਦਾ ਕਿ ਜਿਹੜੀ ਸਰਕਾਰ ਬਣੂਗੀ ਉਹ 2 ਸਾਲ ਹੀ ਚੱਲੂਗੀ, ਪੂਰੀ ਟਰਮ ਨਹੀਂ ਕਰਨੀ। ਨਹੀਂ, ਮੈਨੂੰ ਲੱਗਦਾ ਕਿ 24 ਦੇ ਵਿੱਚ ਅਸੀਂ ਦੁਬਾਰਾ ਇਲੈਕਸ਼ਨਾਂ ਚਾਹਾਂਗੇ। ਠੀਕ ਹੈ। ਮੇਰਾ ਡਰ ਹੈ ਇਹ। ਠੀਕ ਹੈ ਜੀ। ਔਰ ਮੇਰੀ ਇਹ ਵੀ ਦੁਆ ਕਿ ਮੇਰਾ ਇਹ ਡਰ ਗਲਤ ਸਾਬਤ ਹੋਵੇ, ਕਿਉਂਕਿ ਜਦੋਂ ਇਲੈਕਸ਼ਨ ਹੁੰਦੇ ਨੇ ਤਾਂ ਤੁਸੀਂ ਸਮਝ ਲਓ ਕਿ ਕੰਮ ਵੀ ਰੁਕਦੇ ਨੇ ਔਰ ਬਹੁਤ ਪੈਸਾ ਵੀ ਵੇਸਟ ਹੁੰਦਾ ਕਿਸੇ ਸਟੇਟ ਦਾ। ਮੈਂ ਚਾਹੁੰਦਾ ਕਿ ਮੇਰਾ ਡਰ ਜਿਹੜਾ ਹੈ ਗਲਤ ਸਾਬਤ ਹੋਵੇ, ਪਰ ਪਤਾ ਨਹੀਂ ਕਿਉਂ ਮੈਨੂੰ ਇੱਦਾਂ ਇੰਟਿਊਸ਼ਨ ਹੋ ਰਹੀ ਹੈ। ਠੀਕ ਹੈ। ਕਿ ਜਿਹੜੀ ਵੀ ਸਰਕਾਰ ਬਣੂਗੀ ਹੰਗ ਪਾਰਲੀਮੈਂਟ ਆਪਣਾ ਕੀ ਨਾਮ ਖਿਚੜੀ ਹੋਊਗੀ ਔਰ ਚੱਲੂਗੀ ਵੀ ਨਹੀਂ 2 ਸਾਲ ਤੋਂ ਬਾਅਦ। 2 ਸਾਲ ਤੋਂ 2024 ਦੇ ਵਿੱਚ ਮਤਲਬ ਜਦੋਂ ਸੈਂਟਰ ਦੀਆਂ ਲੋਕ ਸਭਾ ਦੀਆਂ ਚੋਣਾਂ ਹੋਣਗੀਆਂ ਨਾਲ ਹੀ ਇਹ ਚੋਣਾਂ ਹੋ ਜਾਣਗੀਆਂ ਮੈਨੂੰ ਲੱਗਦਾ। ਤੇ ਜਿਵੇਂ ਕੇਂਦਰ ਸਰਕਾਰ ਇੱਕ ਬਿੱਲ ਲਿਆਉਣ ਨੂੰ ਵੀ ਬੜਾ ਚਰਚਾ ਦੇ ਵਿੱਚ ਸੀ ਕਿ ਇੱਕ ਦੇਸ਼ ਇੱਕ ਇਲੈਕਸ਼ਨ ਹੋਵੇ, ਉਹ ਵੀ ਨਾ ਕਿਤੇ ਉਦੋਂ ਤੱਕ ਹਜੇ ਹੁਣ ਸੰਭਾਵਨਾ ਨਹੀਂ ਕਿਸਾਨੀ ਅੰਦੋਲਨ ਕਰਕੇ ਜਾਂ ਹੋਰ ਅੰਦੋਲਨਾਂ ਉੱਠੇ ਕਰਕੇ।
ਮੈਨੂੰ ਲੱਗਦਾ ਕਿ ਬੰਗਾਲ ਦੇ ਝਟਕੇ ਤੋਂ ਬਾਅਦ ਭਾਜਪਾ ਥੋੜੀ ਜਿਹੀ ਬੈਕਫੁੱਟ ਤੇ ਆ। ਹੁਣ ਉਹ ਸ਼ਰਾਰਤਾਂ ਤਾਂ ਕਰ ਰਹੀ ਹੈ, ਇਹੋ ਜਿਹੇ ਬਿੱਲ ਤਾਂ ਲਿਆ ਰਹੀ ਹੈ, ਲੇਕਿਨ ਬਹੁਤ ਅੰਦਰ ਖਾਤੇ, ਬਹੁਤ ਵੱਡੀ ਕਿਸੇ ਚੀਜ਼ ਨੂੰ ਹੱਥ ਨਹੀਂ ਪਾ ਰਹੀ ਉਹ। ਤੇ ਜਿੰਨੀ ਦੇਰ ਕਿਸਾਨ ਅੰਦੋਲਨ ਚੱਲਦਾ ਸ਼ਾਇਦ ਉਹ ਪਾਵੇ ਵੀ ਨਾ, ਲੇਕਿਨ ਉਹ ਹਟਣਗੇ ਨਹੀਂ। ਲੰਬੇ ਸਮੇਂ ਵਿੱਚ ਉਹਨਾਂ ਦੇ ਇਹੋ ਜਿਹੇ ਮਨਸੂਬੇ ਚੱਲਦੇ ਰਹਿਣਗੇ। ਪਰ ਹੁਣ ਜੇ ਮਤਲਬ ਕਿ ਡਿਪੈਂਡ ਕਰਦਾ ਕਿ ਹੁਣ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਉਹਨਾਂ ਨਾਲ ਕੀ ਹੁੰਦੀ ਹੈ। ਪੰਜਾਬ ਹਰਿਆਣਾ ਤਾਂ ਦਿਖੀ ਜਾਂਦਾ ਕਿ ਉਹਨਾਂ ਦੇ ਹੱਥਾਂ 'ਚ ਹੈ ਨਹੀਂ, ਤੇ ਜੇ ਕਿਤੇ ਉੱਤਰ ਪ੍ਰਦੇਸ਼ ਵਿੱਚ ਉਹਨਾਂ ਨੂੰ ਝਟਕਾ ਲੱਗ ਗਿਆ ਤਾਂ ਫਿਰ ਸ਼ਾਇਦ ਜ਼ਰੂਰ ਉਹ ਜ਼ਮੀਨ ਤੇ ਆ ਜਾਣ ਔਰ ਆਪਣਾ ਐਟੀਟਿਊਡ ਬਦਲ ਲੈਣ। ਇੱਕ ਵਾਰੀ ਤਾਂ ਉਹ ਇਹੋ ਜਿਹੇ ਕੰਮ ਕਰ ਰਹੇ ਹੈ, ਲੇਕਿਨ ਹੁਣ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਉਹ ਇਹੀ ਪਾਰਲੀਮੈਂਟ ਦਾ ਸੈਸ਼ਨ ਕਾਫੀ ਕੁਝ ਤੈਅ ਕਰ ਦੇਗਾ। ਪਤਾ ਲੱਗ ਜਾਏਗਾ ਕਿ ਉਹ ਕਿਸ ਰੌਂ ਦੇ ਵਿੱਚ ਨੇ। ਲੱਗਦਾ ਕਿ ਸਿੱਧੂ ਸਰਤਾਜ ਸੱਜਣ ਨਾਲ ਕਾਂਗਰਸ ਨੂੰ ਫਾਇਦਾ ਹੋਵੇਗਾ। ਪਹਿਲੀ ਗੱਲ ਤਾਂ ਮਨਿੰਦਰ ਜੀ ਇਹ ਹੈ ਕਿ ਅਸੀਂ ਇਹ ਨਾ ਸਮਝੀਏ ਕਿ ਲੜਾਈ ਸਿੱਧੂ ਤੇ ਕੈਪਟਨ ਦੀ ਹੈ। ਲੜਾਈ ਇਕੱਲੇ ਕੈਪਟਨ ਦੀ ਹੈ ਔਰ ਕੈਪਟਨ ਦੇ ਨਾਲ ਆਪਣੀ ਲੜਾਈ ਹੈ। ਠੀਕ ਹੈ। ਕੈਪਟਨ ਦੀ ਕੈਪਟਨ ਦੇ ਨਾਲ ਹੀ ਲੜਾਈ ਹੈ। ਠੀਕ ਹੈ। ਕਿਉਂਕਿ ਪੰਜਾਬ ਦੇ ਲੋਕਾਂ ਨੇ ਅੱਜ ਤੋਂ 4.5 ਸਾਲ ਪਹਿਲਾਂ ਉਹਨਾਂ ਨੂੰ ਬਹੁਤ ਉਮੀਦਾਂ ਨਾਲ ਮਤਲਬ ਕਿ ਇੱਕ ਕੁਰਸੀ ਦਿੱਤੀ ਸੀ, ਕਿਉਂਕਿ ਬਹੁਤ ਜ਼ਿਆਦਾ ਅਕਾਲੀ ਸਰਕਾਰ ਤੋਂ ਲੋਕ ਦੁਖੀ ਸੀਗੇ। ਬਿਲਕੁਲ। ਅੱਤ ਚੱਕੀ ਸੀ, ਲੋਕ ਐਂ ਕਹਿੰਦੇ ਸੀ ਬਾਦਲਾਂ ਨੇ। ਔਰ ਜਦੋਂ ਕੈਪਟਨ ਸਾਹਿਬ ਆਏ, ਹਾਲਾਂਕਿ ਰੌਲਾ ਪਿਆ ਹੋਇਆ ਸੀ ਆਪ ਦਾ, ਲੇਕਿਨ ਆਗੇ ਕੈਪਟਨ ਸਾਹਿਬ, ਚਲੋ ਫਿਰ ਵੀ ਇੱਕ ਇੱਦਾਂ ਕਹੋ ਕਿ ਵੱਡੀ ਖੇਤਰੀ ਪਾਰਟੀ ਸੀ, ਰਵਾਇਤੀ ਪਾਰਟੀ ਸੀ ਔਰ ਦੇਰ ਤੋਂ ਚੱਲੀ ਆ ਰਹੀ ਸੀ, ਲੋਕਾਂ ਨੂੰ ਬਹੁਤ ਜ਼ਿਆਦਾ ਬੁਰਾ ਨਹੀਂ ਲੱਗਿਆ। ਬਿਲਕੁਲ। ਪਰ ਕੈਪਟਨ ਸਾਹਿਬ ਨੇ ਆ ਕੇ 4.5 ਸਾਲਾਂ ਵਿੱਚ ਜਿਵੇਂ ਇੱਥੇ ਰਾਜ ਕੀਤਾ, ਕਨਸੈਪਸ਼ਨ ਇਹ ਬਣ ਗਈ ਕਿ ਜਿਹੜੀ ਕੈਪਟਨ ਸਾਹਿਬ ਹੈਗੇ ਉਹ ਬੇਸਿਕਲੀ ਬਾਦਲਾਂ ਨਾਲ ਮਿਲ ਕੇ ਹੀ ਸਾਰਾ ਕੰਮ ਚਲਾ ਰਿਹਾ। ਇੱਕ ਤਰੀਕੇ ਨਾਲ ਬਾਦਲਾਂ ਨੇ ਆਪਣੀ ਜਿਹੜੀ ਸੱਤਾ ਸੀਗੀ ਉਹ ਹੌਲੀ ਜੀ ਸਾਰਾ ਕੁਝ, ਸਾਰਾ ਸਿਸਟਮ ਸੇਮ ਕੈਪਟਨ ਸਾਹਿਬ ਦੇ ਹਵਾਲੇ ਕਰਤਾ। ਔਰ ਜਿਵੇਂ ਕਿ ਸਿੱਧੂ ਸਾਹਿਬ ਇਲਜ਼ਾਮ ਲਗਾਉਂਦੇ ਨੇ ਕਿ 75-25 ਦੇ ਰੇਸ਼ੋ ਨਾਲ ਸਰਕਾਰ ਚੱਲ ਰਹੀ ਹੈ। ਤੇ ਇਹ ਕਨਸੈਪਸ਼ਨ ਦੇ ਨਾਲ ਕੈਪਟਨ ਸਾਹਿਬ ਦੀ ਲੜਾਈ ਹੈ। ਸਿੱਧੂ ਸਾਹਿਬ ਨੂੰ ਉਭਾਰ, ਜੇ ਮੰਨ ਲਓ ਕੈਪਟਨ ਸਾਹਿਬ ਨੇ ਚੰਗਾ ਕੰਮ ਕੀਤਾ ਹੁੰਦਾ, ਸਿੱਧੂ ਕਿਤੇ ਨੇੜੇ ਤੇੜੇ ਵੀ ਨਹੀਂ ਸੀ ਹੋਣਾ। ਤੇ ਕਿਉਂਕਿ ਕੈਪਟਨ ਸਾਹਿਬ ਨੇ ਕੋਈ ਵੀ ਵਾਅਦਾ ਨਹੀਂ ਨਿਭਾਇਆ। ਰੈਦਰ ਲੋਕਾਂ ਨੂੰ, ਈਵਨ ਪ੍ਰਸ਼ਾਸਨ ਦੇ ਲੋਕ ਤੇ ਪੁਲਿਸ ਦੇ ਲੋਕ ਤਾਂ ਓਪਨਲੀ ਕਹਿੰਦੇ ਆ ਕਿ ਇੱਥੇ ਅੱਜ ਵੀ ਅਕਾਲੀਆਂ ਦੀ ਚੱਲਦੀ ਹੈ। ਔਰ ਇਸ ਤੋਂ ਕਾਂਗਰਸੀ ਦੁਖੀ ਵੀ ਸੀ ਅੰਦਰ ਖਾਤੇ, ਬਹੁਤ ਸਾਰੇ ਕਾਂਗਰਸੀ ਜਿਨ੍ਹਾਂ ਦੇ ਕੰਮ ਨਹੀਂ ਸੀ ਹੁੰਦੇ, ਤੇ ਉਹਨਾਂ ਨੂੰ ਲੋਕ ਕਹਿਣ ਲੱਗ ਪਏ ਸੀ ਤੁਹਾਡੀ ਕਾਹਦੀ ਸਰਕਾਰ ਹੈ, ਅਸੀਂ ਤਾਂ ਅਕਾਲੀਆਂ ਕੋਲ ਜਾਂਦੇ ਹਾਂ। ਤਾਂ ਇਹ ਜਿਹੜੀ ਚੀਜ਼ ਹੈਗੀ ਕੈਪਟਨ ਸਾਹਿਬ ਦੇ ਉੱਪਰ ਇੱਕ ਕਨਸੈਪਸ਼ਨ ਬਹੁਤ ਭਾਰੂ ਹੈ। ਤਾਂ ਇਹ ਮੰਨ ਕੇ ਚੱਲੋ ਕਿ ਕੈਪਟਨ ਸਾਹਿਬ ਦੀ ਲੜਾਈ ਉਹਨਾਂ ਦੀ ਆਪਣੀ ਇਮੇਜ ਨਾਲ ਹੈ। ਸਿੱਧੂ ਸਾਹਿਬ ਨੂੰ ਉਹਦਾ ਬੋਨਸ ਫਾਇਦਾ ਹੋ ਰਿਹਾ। ਸਿੱਧੂ ਸਾਹਿਬ ਦੇ ਅੱਗੇ ਆਉਣ ਨਾਲ ਕਾਂਗਰਸ ਨੂੰ ਫਾਇਦਾ ਹੋਵੇਗਾ। ਹੋਏਗਾ, ਕਿਉਂਕਿ ਜਿਹੜੀ ਲੋਕਾਂ ਦੀ ਨਾਰਾਜ਼ਗੀ ਬਹੁਤੀ ਨਾ ਹੁਣ ਕਾਂਗਰਸ ਸਰਕਾਰ ਤੋਂ ਨਹੀਂ ਇੰਨੀ ਹੈਗੀ ਜਿੰਨੀ ਕੈਪਟਨ ਸਾਹਿਬ ਨਾਲ ਹੈ। ਤੇ ਜੇ ਕਿਤੇ ਮੂਵ ਸਿੱਧੂ ਸਾਹਿਬ, ਇਹ ਸਿੱਧੂ ਸਾਹਿਬ ਦੀ ਥਾਂ 'ਤੇ ਕੋਈ ਵੀ ਬੰਦਾ ਹੁੰਦਾ, ਸਿੱਧੂ ਸਾਹਿਬ ਨੂੰ ਥੋੜ੍ਹਾ ਜਿਹਾ ਐਜ ਇਹ ਹੈ ਕਿ ਸਿੱਧੂ ਸਾਹਿਬ ਕਾਫੀ ਧਾਕੜ ਨੇ, ਬੋਲਦੇ ਨੇ ਔਰ ਬੜਬੋਲੇ ਨੇ, ਔਰ ਉਹ ਘੱਟੋ ਘੱਟ ਦੂਜਿਆਂ ਨੂੰ ਧੱਕ ਤਾਂ ਪਾਉਂਦੇ ਹੀ ਹੈ ਜਿਹਨੂੰ ਪੰਜਾਬੀ 'ਚ ਕਹਿੰਦੇ ਆ। ਤੇ ਸਿੱਧੂ ਸਾਹਿਬ ਦੇ ਆਉਣ ਨਾਲ ਮੈਨੂੰ ਲੱਗਦਾ ਹੈ ਕਿ ਜਿਹੜੇ ਲੋਕਾਂ ਦੀ ਨਾਰਾਜ਼ਗੀ ਕੈਪਟਨ ਸਾਹਿਬ ਤੱਕ ਹੈਗੀ, ਤਾਂ ਸ਼ਾਇਦ ਉਹ ਇਸ ਉਮੀਦ 'ਚ ਆ ਜਾਣ ਕਿ ਸ਼ਾਇਦ ਹੁਣ ਕੁਝ ਬਦਲੂਗਾ। ਰਾਜਨੀਤੀ ਵਿੱਚ ਇਹੀ ਸਭ ਤੋਂ ਇੰਪੋਰਟੈਂਟ ਹੁੰਦਾ, ਲੋਕਾਂ ਨੂੰ ਇਹ ਅਹਿਸਾਸ ਕਰਾਉਣਾ ਕਿ ਕੁਝ ਬਦਲੂਗਾ। ਠੀਕ ਹੈ। ਔਰ ਹਾਲੇ ਮੈਨੂੰ ਲੱਗਦਾ ਕਿ ਅਕਾਲੀ ਜਿਹੜੇ ਹੈਗੇ, ਦੇਖੋ ਉਹਨਾਂ ਦੀ ਵਿਰੋਧੀ ਪਾਰਟੀ ਤਾਂ ਮੇਨ ਅਕਾਲੀ ਹੈ, ਤੇ ਲੋਕਾਂ ਦੇ ਦਿਮਾਗ ਦੇ ਵਿੱਚ ਹਜੇ ਅਕਾਲੀਆਂ ਦੇ ਕੀਤੇ ਹੋਏ ਕੰਮਾਂ ਦਾ ਉਹ ਗਿਆ ਨਹੀਂ ਪ੍ਰਭਾਵ, ਹੈ ਨਾ। ਹਜੇ ਉਹ ਸਾਰੇ ਦੇ ਸਾਰੇ ਨਸ਼ੇ ਦਾ ਮੁੱਦਾ ਉਵੇਂ ਹੀ ਖੜਾ ਹੈ ਔਰ ਬੇਅਦਬੀ ਕਾਂਡ ਉਵੇਂ ਦੀ ਉਵੇਂ ਹੀ ਖੜਾ ਹੈ। ਔਰ ਲੋਕੀ ਮੈਨੂੰ ਲੱਗਦਾ ਹਜੇ ਅਕਾਲੀਆਂ ਨੂੰ ਜ਼ਮੀਨ ਨਹੀਂ ਮਿਲਣੀ। ਜਿਹੜੀ ਰਾਜਨੀਤੀ ਹੈ, ਇਹ ਰਾਜਨੀਤੀ ਵਿੱਚ ਅਸੀਂ ਦੇਖਦੇ ਹਾਂ ਕਿ ਸਿੱਧੂ ਸਾਹਿਬ ਟਵੀਟ ਤੇ ਟਵੀਟ ਲਗਾਤਾਰ ਕਰਦੇ ਰਹੇ ਪਿਛਲੇ ਸਮੇਂ ਤੋਂ, ਵਿੱਚ ਦੀ ਚੁੱਪ ਵੀ ਹੋ ਜਾਂਦੇ ਸੀ ਵੀ ਕੀ ਕੁਰਸੀ ਮਿਲਣ ਨਾਲ ਹੀ ਜਿਹੜਾ ਮਤਲਬ ਜੇ ਕੁਰਸੀ ਮਿਲਦੀ ਹੈ ਤਾਂ ਫਿਰ ਪਿੱਛੇ ਜੇ ਜਾ ਕੇ ਟਵੀਟ ਹੋਰ ਤਰੀਕੇ ਦੇ ਹੋ ਜਾਂਦੇ, ਤਾਂ ਕੁਰਸੀ ਮਿਲਣ ਦੀ ਇੱਛਾ ਹੁੰਦੀ ਹੈ ਉਦੋਂ ਹੋਰ ਵੀ ਕਿ ਕੁਰਸੀ ਸਿਰਫ ਮਕਸਦ ਹੈ ਜਾਂ ਕੋਈ ਹੋਰ ਵੀ ਹੋ ਸਕਦਾ। ਇਹ ਤਾਂ ਸਿੱਧੂ ਸਾਹਿਬ ਨੂੰ ਸਾਬਤ ਕਰਨਾ ਪਏਗਾ ਨਾ ਮਨਿੰਦਰ ਜੀ। ਇਹ ਸਿੱਧੂ ਆਉਣ ਵਾਲੇ 6 ਮਹੀਨੇ ਸਿੱਧੂ ਸਾਹਿਬ ਦੇ ਸਾਬਤ ਕਰਨ ਵਾਲੇ ਹੋਣਗੇ ਕਿ ਉਹਨਾਂ ਦੇ ਆਏ ਨਾਲ ਫਰਕ ਪਿਆ। ਮੰਨ ਲਓ ਸਿੱਧੂ ਸਾਹਿਬ ਆਏ ਤੇ ਕੈਪਟਨ ਸਾਹਿਬ ਨੇ ਉਹਨਾਂ ਦੀ ਚੱਲਣ ਹੀ ਨਾ ਦਿੱਤੀ, ਲੜਦੇ ਹੀ ਰਹੇ ਦੋਨੋਂ ਆਪਸ ਦੇ ਵਿੱਚ, ਫਿਰ ਤੁਸੀਂ ਮੰਨ ਕੇ ਚੱਲੋ ਸਿੱਧੂ, ਕੈਪਟਨ ਤੇ ਕਾਂਗਰਸ ਤਿੰਨੇ ਸਾਫ਼ ਹੋ ਜਾਣਗੇ। ਫਿਰ ਤਿੰਨਾਂ 'ਚ ਕੁਝ ਵੀ ਨਹੀਂ ਬਚਣਾ। ਠੀਕ ਹੈ। ਫਿਰ ਬਹੁਤ ਵੱਡਾ ਨੁਕਸਾਨ ਹੋਊਗਾ। ਆਮ ਆਦਮੀ ਪਾਰਟੀ ਕਿਵੇਂ ਦੇਖਦੇ ਹੋ? ਜਿਵੇਂ ਅਕਾਲੀ ਦਲ ਤੇ ਅਸੀਂ ਕਹਿੰਦੇ ਹਾਂ ਕਿ ਹਾਲੇ ਉੱਭਰ ਰਿਹਾ ਅਕਾਲੀ ਦਲ, ਜਿਵੇਂ ਜਿੰਨਾ ਡਾਊਨ ਗ੍ਰਾਫ 'ਚ ਰਿਹਾ ਸੀ, ਪਰ ਹਜੇ ਵੀ ਉੱਭਰ ਸਕ ਨਹੀਂ, ਮਤਲਬ ਪਹੁੰਚ ਨਹੀਂ ਰਿਹਾ ਜਿਸ ਪੋਜੀਸ਼ਨ 'ਤੇ ਉਹਨੂੰ ਪਹੁੰਚਣਾ ਚਾਹੀਦਾ ਸੀ। ਆਮ ਆਦਮੀ ਪਾਰਟੀ ਦਾ ਕਿਵੇਂ ਦੇਖਦੇ ਹੋ? ਆਮ ਆਦਮੀ ਪਾਰਟੀ ਪਿਛਲੀ ਵਾਰ 100 ਸੀਟਾਂ ਦਾ ਦਾਅਵਾ ਕਰਦੀ ਸੀ, 20 'ਤੇ ਸਿਮਟ ਗਈ ਸੀ। ਐਤਕੀ ਲੱਗਦਾ ਹੈ ਕਿ ਸਰਕਾਰ ਦੇ ਨੇੜੇ ਤੇੜੇ ਜਾਂ ਸਰਕਾਰ ਬਣਾ ਲੈਣਗੇ। ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਖਿਚੜੀ ਸਰਕਾਰ ਬਣਨੀ ਹੈ, ਸ਼ਾਇਦ ਆਪ ਵਾਲਿਆਂ ਨੂੰ ਵੀ ਬਹੁਮਤ ਤਾਂ ਪੂਰਾ ਨਾ ਮਿਲੇ। ਠੀਕ ਹੈ। ਤੇ ਇਹ ਡਿਪੈਂਡ ਕਰੂਗਾ ਕਿ ਉਹਨਾਂ ਦੀ ਪਰਫਾਰਮੈਂਸ, ਦੇਖੋ ਲੋਕ ਨਾਲ ਸੈਂਟੀਮੈਂਟਸ ਅੱਜ ਵੀ ਆਪ ਦੇ ਨਾਲ ਖੜਾ ਹੈ। ਠੀਕ ਹੈ ਜੀ। ਮੈਂ ਜਦੋਂ ਥੱਲੇ ਜਾਂਦਾ ਪਿੰਡਾਂ ਦੇ ਵਿੱਚ ਲੋਕਾਂ ਨੂੰ ਮਿਲਦਾ, ਲੋਕਾਂ ਨਾਲ ਗੱਲ ਕਰਦਾ, ਤਾਂ ਮੈਂ ਦੇਖਿਆ ਲੋਕ ਹੁਣ ਇਹ ਸੋਚਦੇ ਨੇ ਕਿ ਯਾਰ ਰਵਾਇਤੀ ਪਾਰਟੀਆਂ ਨੂੰ ਵਾਰ-ਵਾਰ ਚੈੱਕ ਕਰ ਰਹੇ, ਇੱਕ ਮੌਕਾ ਆਪ ਨੂੰ ਦਿਓ। ਈਵਨ ਪਹਿਲਾਂ ਪਿਛਲੀ ਵਾਰੀ ਆਪ ਨੂੰ ਸ਼ਹਿਰਾਂ 'ਚੋਂ ਸਪੋਰਟ ਨਹੀਂ ਮਿਲੀ, ਹੁਣ ਸ਼ਹਿਰੀ ਵੀ ਕਹਿਣ ਲੱਗ ਪਏ ਯਾਰ ਕਿ ਇੱਕ ਵਾਰੀ ਇਹਨਾਂ ਨੂੰ ਚੈੱਕ ਕਰੋ। ਤਾਂ ਇਸ ਹਿਸਾਬ ਨਾਲ ਤਾਂ ਦੇਖੋ ਆਪ ਵਾਲਿਆਂ ਨੂੰ, ਉਹਨਾਂ ਨੂੰ ਸੈਂਟੀਮੈਂਟ ਦਾ ਫਾਇਦਾ ਮਿਲ ਸਕਦਾ ਹੈ। ਪਰ
ਡਿਪੈਂਡ ਕਰਦਾ ਕਿ ਆਪ ਵਾਲੇ ਆਪ ਆਪਣਾ ਕਿੰਨਾ ਕੁ ਨੁਕਸਾਨ ਕਰਦੇ ਆ। ਇਸ ਵੇਲੇ ਆਪ ਦੀ ਲੜਾਈ ਕਿਸੇ ਨਾਲ ਨਹੀਂ ਹੈ, ਠੀਕ ਹੈ। ਅਕਾਲੀ ਤੇ ਕਾਂਗਰਸੀ ਦੋਨੋਂ ਇਕੱਠੇ ਹੋ ਕੇ ਭਾਵੇਂ ਆਪ ਨੂੰ ਟਾਰਗੇਟ ਕਰੀ ਜਾਣ, ਪਰ ਆਪ ਦੀ ਲੜਾਈ ਵੀ ਆਪ ਦੇ ਆਪਣੇ ਨਾਲ ਹੀ ਹੈ। ਪਿਛਲੀ ਵਾਰੀ ਵੀ ਆਪ ਨੇ ਖੁਦ ਹੀ ਗਲਤੀਆਂ ਕੀਤੀਆਂ, ਔਰ ਜੇ ਆਪ ਵਾਲੇ ਐਤਕੀ ਉਹ ਗਲਤੀ ਨਹੀਂ ਕਰਦੇ ਤਾਂ ਉਹ ਸ਼ਰਤੀਆ ਸੁਧਾਰ ਕਰਨਗੇ। ਤੇ ਜੇ ਫਿਰ ਉਹੀ ਜਿਵੇਂ ਆਖਰੀ ਟਾਈਮ ਤੱਕ ਸੀਐਮ ਦਾ ਕੁਛ ਤਾਂ ਪਤਾ ਨਹੀਂ, ਔਰ ਦਿੱਲੀ ਦੀ ਪੰਜਾਬ ਦੇ ਉੱਪਰ ਰਾਜ ਕਰਨ ਦੀ ਲਲਕ ਜਿਹੜੀ ਹੈ ਪੰਜਾਬ ਨੂੰ ਕਦੇ ਵੀ ਸਵੀਕਾਰ ਨਹੀਂ ਹੁੰਦੀ। ਤੇ ਜੇ ਉਹੋ ਜਿਹੀਆਂ ਚੀਜ਼ਾਂ ਚੱਲਦੀਆਂ ਰਹੀਆਂ ਔਰ ਦਿੱਲੀ ਦੀਆਂ ਟੀਮਾਂ ਆ ਕੇ ਪੰਜਾਬ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੀਆਂ ਰਹੀਆਂ, ਪੰਜਾਬ ਦੇ ਲੋਕ ਅੱਗੇ ਨਾ ਲਾਏ, ਤਾਂ ਫਿਰ ਆਪ ਦਾ ਬਹੁਤ ਨੁਕਸਾਨ ਹੋਊਗਾ। ਆਪ ਦਾ ਜਿਵੇਂ ਭਗਵੰਤ ਮਾਨ ਨੂੰ ਜੇਕਰ ਆਪ ਸੀਐਮ ਨੋਮੀਨੇਟ ਕਰ ਦਿੰਦੀ ਹੈ, ਕਿਵੇਂ ਲੋਕਾਂ ਦੇ ਵਿੱਚ ਤੁਸੀਂ ਵਿਚਰਦੇ ਹੋ, ਦੇਖਦੇ ਹੋ, ਲੋਕ ਅਸੈਪਟ ਕਰਦੇ ਆ ਭਗਵੰਤ ਮਾਨ ਨੂੰ ਐਜ ਏ ਸੀਐਮ ਜਾਂ ਨਹੀਂ ਕਰ? 100% ਥਰਲੇ ਕਾਡਰ ਨੂੰ ਭਗਵੰਤ ਮਾਨ ਪਸੰਦ ਹੈ, ਔਰ ਹੋਵੇ ਨਾ ਹੋਵੇ ਆਪ ਕੋਲੇ ਹੋਰ ਕੋਈ ਆਪਸ਼ਨ ਹੀ ਨਹੀਂ ਹੈਗੀ। ਬਾਹਰੋਂ ਲਿਜਾ ਕੇ ਤੁਸੀਂ ਆਪ ਦੇ ਵਿੱਚ ਬੰਦਾ ਵਾੜੋਗੇ, ਪਹਿਲੀ ਗੱਲ 8 ਮਹੀਨੇ ਉਹ ਸਾਰੇ ਸਟਰਕਚਰ ਨੂੰ ਸਮਝਣ ਤੇ ਲਾ ਦੂਗਾ। ਪ੍ਰਗਟ ਸਿੰਘ ਜੀ ਦਾ ਰੌਲਾ ਪੈਂਦਾ ਰਿਹਾ ਪਿਛਲੇ ਦਿਨਾਂ ਵਿੱਚ ਕਿ ਉਹ ਆਪ ਦੇ ਵਿੱਚ ਜਾਣਗੇ ਜੇ ਉਹਨਾਂ ਨੂੰ ਕੋਈ ਚੰਗੀ ਸੀਟ ਮਿਲ ਜੇ। ਪ੍ਰਗਟ ਸਿੰਘ ਬਹੁਤ ਸ਼ਰੀਫ ਔਰ ਬਹੁਤ ਸੁਲਝੇ ਹੋਏ ਸ਼ਖਸ ਨੇ, ਔਰ ਲੇਕਿਨ ਰਾਜਨੀਤੀ ਜਿਹੜੀ ਹੈਗੀ ਉਹ ਉਸ ਨੂੰ ਸਮਝਣਾ ਵੀ ਤੁਹਾਨੂੰ ਘੱਟੋ ਘੱਟ 6-8 ਸਾਲ ਇਹਦੇ ਵਿੱਚ ਰਗੜੇ ਵੱਜਦੇ ਆ, ਫਿਰ ਤੁਸੀਂ ਸਮਝਦੇ ਹੋ। ਤੇ ਭਗਵੰਤ ਉਹਨਾਂ ਰਗੜਿਆਂ 'ਚੋਂ ਲੰਘ ਚੁੱਕਿਆ ਹੈ। ਦੂਜੀ ਗੱਲ ਹੈ, ਭਗਵੰਤ ਬਹੁਤ ਜ਼ਿਆਦਾ ਜ਼ਮੀਨ ਨਾਲ ਜੁੜਿਆ ਹੈ, ਭਗਵੰਤ ਬਹੁਤ ਜ਼ਿਆਦਾ ਮਿਹਨਤ ਕਰਦਾ ਹੈ, ਔਰ ਕਾਡਰ ਉਹਦੇ ਨਾਲ ਜੁੜਿਆ ਹੋਇਆ ਹੈ। ਔਰ ਇਹ ਜਿਹੜੇ ਲੋਕ ਕਹਿੰਦੇ ਨੇ ਜੀ ਭਗਵੰਤ ਫਲਾਣਾ, ਭਗਵੰਤ ਸ਼ਰਾਬੀ ਫਲਾਣਾ, ਢਿਮਕਾ ਉਹ ਸਿਆਣਾ ਨਹੀਂ, ਇਹ ਹੈ ਉਹ, ਉਹਦੀ ਪਰਸਨੈਲਿਟੀ ਨਹੀਂ, ਇਹ ਗੱਲਾਂ ਭਗਵੰਤ ਦੇ ਵਿਰੋਧੀ ਪਾਰਟੀਆਂ ਹੀ ਉਡਾਉਂਦੀਆਂ, ਠੀਕ ਹੈ। ਜਿਹੜੇ ਦੇਸ਼ ਦੇ ਵਿੱਚ ਤੁਸੀਂ, ਜਿਹੜੇ ਦੇਸ਼ ਨੇ ਲਾਲੂ ਨੂੰ ਸਵੀਕਾਰ ਕਰ ਲਿਆ, ਰਬੜੀ ਨੂੰ ਸਵੀਕਾਰ ਕਰ ਲਿਆ, ਉੱਥੇ ਤੁਸੀਂ ਭਗਵੰਤ ਦੇ ਉੱਪਰ ਕਹੋ ਕਿ ਭਗਵੰਤ ਇਹ ਤਾਂ ਇੱਕ ਚੁਟਕਲਾ ਹੈ। ਸੋ ਭਗਵੰਤ ਵੈਲ ਡਿਜ਼ਰਵਿੰਗ ਹੈ ਆਪ ਦੇ ਵਿੱਚ। ਜੇ ਮੰਨ ਲਓ ਮੈਂ ਕਹਾਂ ਕਿ ਆਪ ਦੇ ਵਿੱਚ ਅਗਰ ਕੋਈ ਫੈਸਲਾ ਲੈਣਾ ਹੋਵੇ ਸੀਐਮ ਦਾ, ਭਗਵੰਤ ਇਜ਼ ਰਾਈਟ ਕੈਂਡੀਡੇਟ। ਜਦੋਂ ਅਰਵਿੰਦ ਕੇਜਰੀਵਾਲ ਬਿਜਲੀ ਦੇ ਤੁਸੀਂ ਇੱਕ ਗਰੰਟੀ ਐਲਾਨ ਕਰਨਾ ਹੈ, ਉਹ ਕਹਿੰਦੇ ਸੀ 300 ਯੂਨਿਟ ਅਸੀਂ ਮਾਫ ਕਰਾਂਗੇ। ਉਹ ਆਏ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੇ ਵਿੱਚ ਇੱਥੋਂ ਤੱਕ ਭਗਵੰਤ ਮਾਨ ਨੂੰ ਵੀ ਨਹੀਂ ਪਤਾ ਸੀ ਕਿ ਕੇਜਰੀਵਾਲ ਕੀ ਐਲਾਨ ਕਰਨ ਜਾ ਰਿਹਾ ਤੇ ਕਿਸ ਤਰੀਕੇ ਦੇ ਨਾਲ। ਇਹ ਵੀ ਕਿਤੇ ਜਿਵੇਂ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਹੀ ਚਲਾਉਂਦੇ ਸੀ ਸਿਸਟਮ ਨੂੰ, ਹਰ ਇੱਕ ਚੀਜ਼ ਪੰਜਾਬ ਦੇ ਉੱਪਰ ਉਹਨਾਂ ਵੱਲੋਂ ਜਿਹੜੀ ਐਲਾਨੀ ਜਾਣੀ, ਇਹ ਵੀ ਕਿਤੇ ਨਾ ਕਿਤੇ ਆਪ ਨੂੰ ਨੁਕਸਾਨ ਦੇਵੇਗੀ। ਹਾਂ, ਇਹ ਵੱਡਾ ਨੁਕਸਾਨ ਕਰਨ ਜਾ ਰਹੀ ਹੈ। ਜੇ ਕੇਜਰੀਵਾਲ ਸਾਹਿਬ ਦਾ ਐਟੀਟਿਊਡ ਇਹੀ ਰਿਹਾ ਤਾਂ ਇਹ ਫਿਰ ਪੰਜਾਬ 'ਚ ਨੁਕਸਾਨ ਕਰੇਗੀ। ਇਸੇ ਲਈ ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਇਹ ਜੇ ਆਪ ਵਾਲੇ ਚੰਗੀ ਪੋਜੀਸ਼ਨ 'ਚ ਵੀ ਚਲੇ ਗਏ ਔਰ ਕਿਸੇ ਨਾਲ ਕੋਲੀਸ਼ਨ ਸਰਕਾਰ ਬਣਾ ਵੀ ਗਏ, ਇਹ ਦਿੱਲੀ ਨੇ ਇੱਦਾਂ ਹੀ ਖਰਾਬ ਕਰ ਲੈਣੀ ਹੈ। ਕੇਜਰੀਵਾਲ ਸਾਹਿਬ ਨੂੰ ਇੱਕ ਚੀਜ਼ ਸਮਝ ਲੈਣਾ ਚਾਹੀਦਾ ਕਿ ਪੰਜਾਬ ਦਾ ਦਿੱਲੀ ਨਾਲ ਸੱਭਿਆਚਾਰਕ ਤੌਰ 'ਤੇ ਮਤਲਬ ਕਿ ਟਕਰਾਅ ਹੈ। ਸਾਨੂੰ ਦਿੱਲੀ ਸ਼ੁਰੂ ਤੋਂ ਹੀ ਪਸੰਦ ਨਹੀਂ, ਸਾਡੀ ਅਵਚੇਤਨ 'ਚ ਪਿਆ ਕਿ ਦਿੱਲੀ ਜਿਹੜੀ ਹੈਗੀ ਪੰਜਾਬ ਦੀ ਕਦੇ ਮਿੱਤਰ ਨਹੀਂ ਹੋਈ, ਦਿੱਲੀ ਕਦੇ ਸਾਡੀ ਸਖੀ ਨਹੀਂ ਹੋਈ। ਪੰਜਾਬ ਦੇ ਲੋਕ ਇਹ ਮੰਨ ਕੇ ਚੱਲਦੇ ਨੇ, ਹੈ ਨਾ, ਬਹੁਤ ਦੇਰ ਤੋਂ। ਅਤੇ ਦਿੱਲੀ ਤੋਂ ਕੋਈ ਬੰਦਾ ਆ ਕੇ ਜਿੰਨਾ ਮਰਜ਼ੀ ਚੰਗਾ ਹੋਵੇ ਉਹ ਇਹੀ ਅੱਛਾ, ਭਾਜਪਾ ਦੀ ਵੀ ਸੇਮ ਟ੍ਰੈਜਡੀ ਹੈ। ਭਾਜਪਾ ਵੀ ਪੰਜਾਬ 'ਤੇ ਰਾਜ ਕਰਨਾ ਚਾਹੁੰਦੀ ਹੈ, ਲੇਕਿਨ ਦਿੱਲੀ ਤੋਂ ਬੈਠ ਕੇ ਰਿਮੋਟ ਕੰਟਰੋਲ ਦੇ ਰਾਹੀਂ, ਅਤੇ ਸੇਮ ਚੀਜ਼ ਆਪ ਚਾਹੁੰਦੀ ਹੈ। ਇਹ ਪੋਸੀਬਲ ਨਹੀਂ ਹੈ। ਕਾਂਗਰਸ ਅਤੇ ਅਕਾਲੀ ਦਲ ਦੋਨਾਂ ਨੂੰ ਫਾਇਦਾ ਕਿਉਂ ਹੋ ਜਾਂਦਾ ਹੈ? ਕਿਉਂਕਿ ਜਿਵੇਂ ਅਕਾਲੀ ਦਲ ਆ, ਉਹ ਤਾਂ ਦੇਖੋ ਖੇਤਰੀ ਪਾਰਟੀ ਹੈ, ਉਹ ਤਾਂ ਆਪਣੀ ਉਹਨਾਂ ਦੀ ਬੇਵਕੂਫੀ ਸੀਗੀ ਕਿ ਉਹ ਨੈਸ਼ਨਲ ਹੋਣ ਦੇ ਚੱਕਰ ਦੇ ਵਿੱਚ ਪੰਜਾਬ ਛੱਡ ਗਏ ਅਤੇ ਹੁਣ ਪੰਜਾਬ ਨੇ ਉਹਨਾਂ ਨੂੰ ਛੱਡਤਾ। ਲੇਕਿਨ ਜੇ ਆਪ ਅਕਾਲੀ ਦਲ ਤਾਂ ਖੇਤਰੀ ਪਾਰਟੀ ਦੇ ਤੌਰ 'ਤੇ ਜਿੰਨਾ ਮਰਜ਼ੀ ਰਾਈਜ਼ ਕਰ ਜਾਂਦੀ, ਅੱਜ ਉਹ ਮਮਤਾ ਬੈਨਰਜੀ ਦੇ ਬਰਾਬਰ ਖੜ ਸਕਦੀ ਸੀਗੀ, ਲੇਕਿਨ ਉਹ ਨਹੀਂ ਖੜੀ ਕਿਉਂਕਿ ਉਹ ਨੈਸ਼ਨਲਾਈਜ਼ ਹੋਣ ਦੇ ਚੱਕਰ 'ਚ ਪੈ ਗਏ ਅਤੇ ਭਾਜਪਾ ਨਾਲ ਉਹਨਾਂ ਨੇ ਯਾਰੀ ਪਾ ਕੇ ਨੁਕਸਾਨ ਕਰ ਲਿਆ। ਕੈਪਟਨ ਸਾਹਿਬ ਨੂੰ ਵੀ ਫਾਇਦਾ ਇਹ ਹੋ ਜਾਂਦਾ ਹੈ ਕਿਉਂਕਿ ਕੈਪਟਨ ਸਾਹਿਬ ਧਾਕੜ ਹੈ, ਉਹ ਸੋਨੀਆ ਗਾਂਧੀ ਨੂੰ ਦਿੱਲੀ ਨੂੰ ਅੱਖ ਦਿਖਾ ਦੇ ਸਕਦੇ, ਠੀਕ ਹੈ। ਇਹੀ ਚੀਜ਼ ਹੈਗੀ ਜਿਹੜੀ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਫਾਇਦਾ ਦੇ ਜਾਂਦੀ ਹੈ, ਅਤੇ ਭਾਜਪਾ ਅਤੇ ਇਹ ਆਪ ਦੋਨਾਂ ਨੂੰ ਨੁਕਸਾਨ ਦੇ ਜਾਂਦੀ ਹੈ। ਕਿਉਂਕਿ ਪੰਜਾਬ ਦੇ ਵਿੱਚ ਭਗਵੰਤ ਦੀ ਤਾਂ ਫਿਰ ਇੱਕ ਪਰਸਨੈਲਿਟੀ ਹੈਗੀ। ਜੇ ਤੁਸੀਂ ਭਾਜਪਾ ਦੇ ਬੰਦਿਆਂ ਨੂੰ ਦੇਖੋ, ਜਿਹੜੇ ਆਪਣੇ ਚੁੱਗ ਸਾਹਿਬ ਨੇ ਜਾਂ ਗਰੇਵਾਲ ਸਾਹਿਬ ਨੇ, ਉਹਨਾਂ ਦੀ ਕੀ ਹੈ, ਦੇ ਆਰ ਮੇਅਰਲੀ ਪਪਿਟ। ਉਹ ਤਾਂ ਵਿਚਾਰੇ ਗਾਲਾਂ ਖਾਣ ਲਈ ਰੱਖੇ ਹੋਏ ਆ ਸੈਂਟਰ ਨੇ, ਔਰ ਮਤਲਬ ਕਿ ਉਹਨਾਂ ਦੀ ਤਾਂ ਕੋਈ ਪਰਸਨੈਲਿਟੀ ਨਹੀਂ। ਉਹਨਾਂ ਦੇ ਸਿਰ 'ਤੇ ਅਗਰ ਭਾਜਪਾ ਸੋਚੇ ਕਿ ਉਹ ਪੰਜਾਬ 'ਤੇ ਰਾਜ ਕਰ ਜੂਗੀ ਤਾਂ ਨੈਕਸਟ ਟੂ ਇੰਪੋਸੀਬਲ। ਕਿਸਾਨ ਅੰਦੋਲਨ ਚੱਲ ਰਿਹਾ, ਕਿਸਾਨਾਂ ਨੂੰ ਕੀ ਫੈਸਲਾ ਹੈ? ਕਿਸਾਨਾਂ ਨੂੰ ਕੋਈ ਆਪਣੀ ਪਾਰਟੀ ਬਣਾ ਕੇ ਇਲੈਕਸ਼ਨ ਲੜਨਾ ਚਾਹੀਦਾ ਜਾਂ ਨਹੀਂ? ਉਹ ਲੜਨਗੇ ਨਹੀਂ। ਉਗਰਾਹਾਂ ਸਾਹਿਬ ਕਿਉਂਕਿ ਉਹ ਇੱਕ ਲੈਫਟਿਸਟ ਪਾਰਟੀਆਂ ਦੀ ਵਿਚਾਰਧਾਰਾ ਉਹਨਾਂ ਦੀ, ਤਾਂ ਉਹ ਵਿਸ਼ਵਾਸ ਨਹੀਂ ਕਰਦੇ ਵੋਟ ਦੀ ਰਾਜਨੀਤੀ ਵਿੱਚ। ਔਰ ਰਾਜੇਵਾਲ ਸਾਹਿਬ ਵੀ ਮੈਂ ਦੇਖਿਆ ਉਹ ਚੱਲਦੇ ਨੇ। ਕਿਤੇ ਕਿਤੇ ਰੌਲਾ ਪਿਆ ਸੀ ਕਿ ਆਪ ਦੇ ਵਿੱਚ ਰਾਜੇਵਾਲ ਸਾਹਿਬ ਵੀ ਆ ਸਕਦੇ ਹੈਗੇ, ਅਤੇ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੇ ਨਾ ਕਰਤੀ। ਔਰ ਕਿਸਾਨ ਜਥੇਬੰਦੀਆਂ ਹਾਲ ਦੀ ਘੜੀ ਇਲੈਕਸ਼ਨ 'ਚ ਨਹੀਂ ਆ ਰਹੀਆਂ। ਔਰ ਜਾਤੀ ਤੌਰ 'ਤੇ ਮਨਿੰਦਰ ਜੀ ਮੇਰੀ ਸੋਚ ਇਹੀ ਹੈ ਕਿ ਉਹਨਾਂ ਨੂੰ ਨਹੀਂ ਆਉਣਾ ਚਾਹੀਦਾ। ਉਹਦਾ ਕਾਰਨ ਇਹ ਹੈ ਕਿ ਐਡਾ ਵੱਡਾ ਮੋਮੈਂਟਮ ਉਹਨਾਂ ਨੇ ਖੜਾ ਕਰ ਲਿਆ, ਠੀਕ ਹੈ। ਉਹ ਇਹ ਹੋਰ ਚੀਜ਼ ਹੈ। ਪੰਜਾਬ ਦੇ ਲੋਕ ਸੰਘਰਸ਼ ਕਰਨ ਤੋਂ, ਅਸੀਂ ਐਂ ਕਹੀਏ ਇਤਿਹਾਸਕ ਤੌਰ 'ਤੇ ਅਸੀਂ ਸੰਘਰਸ਼ ਕਰਨ ਦੇ ਆਦੀ ਹਾਂ, ਸ਼ੌਕੀਨ ਹਾਂ। ਸਾਨੂੰ ਲੜਾਈ ਚਾਹੀਦੀ ਹੁੰਦੀ ਹੈ। ਅਸੀਂ ਲੜਾਈ, ਸਾਨੂੰ ਉਹਨਾਂ ਨੇ ਦਿੱਲੀ ਸੈਂਟਰ ਗੌਰਮੈਂਟ ਨੇ ਫੜਾ ਕੇ ਬੇਵਕੂਫੀ ਕੀਤੀ। ਸਾਨੂੰ ਤਾਂ ਲੜਾਈ ਚਾਹੀਦੀ ਹੁੰਦੀ ਹੈ ਪੰਜਾਬੀਆਂ ਨੂੰ। ਲੇਕਿਨ ਜਦੋਂ ਇਸ ਗੁੱਸੇ ਨੂੰ ਵੋਟ ਸ਼ੇਅਰ ਵਿੱਚ ਬਦਲਣਾ ਹੋਵੇ ਤਾਂ ਫਿਰ ਉਹ ਇੱਕ ਬਿਲਕੁਲ ਵੱਖਰੀ ਚੀਜ਼ ਹੈ।
ਅਸੀਂ ਦੇਖ ਚੁੱਕੇ ਹਾਂ। ਸਾਡੇ ਕੋਲੇ ਜਸਵੰਤ ਸਿੰਘ ਖਾਲੜਾ ਹੋ ਰਹੀ ਸੀਗੇ, ਉਹਨਾਂ ਦੇ ਮਿਸਿਸ, ਉਹਨਾਂ ਦੀ ਕਿੱਡੀ ਵੱਡੀ ਖਾਲੜਾ ਸਾਹਿਬ ਦੀ ਕੰਟਰੀਬਿਊਸ਼ਨ ਹੈ, ਲੇਕਿਨ ਉਹਨਾਂ ਦੇ ਮੈਡਮ ਵੀ ਹਾਰ ਗਏ। ਠੀਕ ਹੈ, ਤਾਂ ਇੱਦਾਂ ਹੀ ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹ ਬੰਦੇ ਚੰਗੇ ਹੈਗੇ ਸਾਰੇ, ਉਹ ਬੰਦਿਆਂ ਨੂੰ ਅਗਰ ਤੁਸੀਂ ਕੋਈ ਰਾਜਨੀਤੀ ਦੇ ਦਾਅ ਪੇਚ ਨਹੀਂ ਆਉਂਦੇ, ਜੇ ਉਹ ਹਾਰ ਜਾਣਗੇ ਤਾਂ ਉਹਨਾਂ ਦਾ ਪ੍ਰੈਸ਼ਰ ਬਿਲਕੁਲ ਖਤਮ ਹੋ ਜਾਊਗਾ। ਸੋ ਮੈਨੂੰ ਲੱਗਦਾ ਕਿ ਉਹਨਾਂ ਨੂੰ ਮਤਲਬ ਕਿ ਕਿੰਗ ਮੇਕਰ ਦੇ ਤੌਰ ਤੇ ਹੀ ਕੰਮ ਕਰਨਾ ਚਾਹੀਦਾ। ਉਹਨਾਂ ਸਾਰੀਆਂ ਜਥੇਬੰਦੀਆਂ ਨੂੰ ਸਲਾਹ ਕਰਕੇ ਕਿ ਅਸੀਂ ਕਿਸੇ ਇੱਕ ਪਾਰਟੀ ਨਾਲ ਖੜਾਂਗੇ, ਬਸ਼ਰਤੇ ਕਿ ਸਾਡੇ ਨਾਲ ਆਲ ਲਿਖ ਕੇ ਗੱਲ ਕਰਨ, ਸਾਨੂੰ ਆਹ ਚੀਜ਼ਾਂ ਸਾਡੇ ਨਾਲ ਕਰਨ, ਤਾਂ ਉਹਨਾਂ ਨੂੰ ਕਿੰਗ ਮੇਕਰ ਦੇ ਤੌਰ ਤੇ ਖੜਨਾ ਚਾਹੀਦਾ ਉਹਨਾਂ ਨੂੰ। ਮੈਨੂੰ ਲੱਗਦਾ ਕਿ ਹਾਲ ਦੀ ਘੜੀ ਰਾਜਨੀਤੀ ਬਹੁਤ ਸਲਿੱਪਰੀ ਹੈ, ਇਹ ਨਾ ਹੋਵੇ ਕਿਤੇ ਬਣਿਆ ਬਣਾਇਆ ਪ੍ਰੈਸ਼ਰ ਲੂਜ਼ ਕਰ ਜਾਣ। ਕਿਸਾਨੀ ਅੰਦੋਲਨ ਦਾ ਇਹ ਤਾਂ ਪ੍ਰਭਾਵ ਦੇਖਣ ਨੂੰ ਮਿਲਦਾ ਕਿ ਹੁਣ ਕੋਈ ਵੀ ਪਾਰਟੀ ਹੈ ਉਹ ਕਿਸਾਨਾਂ ਨਾਲ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਅਜਿਹਾ ਮਤਲਬ ਕਦਮ ਨਹੀਂ ਉਠਾਉਣਾ ਚਾਹੁੰਦੇ ਜਿਹਦੇ ਨਾਲ ਕਿਸਾਨ ਅੱਜ ਨਾਰਾਜ਼ ਹੋਣ। ਤੇ ਕਿਸਾਨ ਜਥੇਬੰਦੀਆਂ ਨੇ ਵੀ ਇੱਕ ਫੈਸਲਾ ਲਿਆ, ਪਹਿਲਾਂ ਤਕਰੀਬਨ ਸਾਰੇ ਪਿੰਡਾਂ ਦੇ ਵਿੱਚ ਹਰੇਕ ਪੋਲੀਟੀਕਲ ਪਾਰਟੀ ਦੇ ਲੀਡਰ ਨੂੰ ਘੇਰਿਆ ਜਾਂਦਾ ਸੀ, ਤਾਂ ਹੁਣ ਉਹਨਾਂ ਨੂੰ ਕਿਹਾ ਕਿ ਬਾਕੀਆਂ ਨੂੰ ਸਵਾਲ ਕਰ ਲਓ, ਬੀਜੇਪੀ ਨੂੰ ਇਕੱਲਾ ਤੁਸੀਂ ਘੇਰ ਸਕਦੇ ਆ। ਇਹ ਦੋ ਚੀਜ਼ਾਂ ਜਿਵੇਂ ਉਹ ਡਰਦੇ ਸੀ ਕਿ ਸਾਡੇ ਨਾਲ ਹੁਣ ਸਾਡੇ ਪਿੱਛੇ ਪੈਣ ਲੱਗ ਗਏ ਜੀ ਹੁਣ ਸਾਨੂੰ, ਤੇ ਕਿਸਾਨਾਂ ਵੱਲੋਂ ਇਹ ਫੈਸਲਾ ਲਿਆ ਜਾਣਾ, ਇਹਨੂੰ ਤੁਸੀਂ ਕਿਵੇਂ ਦੇਖਦੇ? ਬਿਲਕੁਲ ਸਹੀ ਫੈਸਲਾ, ਮੈਂ ਵੀ ਲਿਖਿਆ ਸੀਗਾ ਇਹ ਫੈਸਲੇ ਤੋਂ ਪਹਿਲਾਂ, ਮੈਂ ਵੀ ਲਿਖਿਆ ਸੀਗਾ ਕਿ ਸਾਡੇ ਮਿੱਤਰ ਕੀੜੇ ਇਹ ਨਾ, ਅਸੀਂ ਮੰਨਦੇ ਹਾਂ ਕਿ ਅਕਾਲੀ ਕਾਂਗਰਸੀ ਦੋਨੋਂ ਕੀੜੇ ਸਾਬਤ ਹੋਏ ਆ ਪੰਜਾਬੀਆਂ ਦੇ ਲਈ, ਪਰ ਹੁਣ ਉਹ ਮਿੱਤਰ ਕੀੜੇ ਆ। ਇਸ ਗੱਲ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ਕਿ ਇਸ ਅੰਦੋਲਨ ਨੂੰ ਅੰਦਰ ਖਾਤੇ ਕਿਤੇ ਨਾ ਕਿਤੇ ਕਾਂਗਰਸ ਦੀ ਔਰ ਅਕਾਲੀ ਦਲ ਤੇ ਆਪ ਦੀ ਵੀ ਜ਼ਬਰਦਸਤ ਸਪੋਰਟ ਸੀ, ਕਿਉਂਕਿ ਉਹਨਾਂ ਦਾ ਮੋਮੈਂਟਮ ਲੋਕਾਂ ਨਾਲ ਸੀਗਾ, ਜੁੜਿਆ ਹੋਇਆ, ਉਹਨਾਂ ਦੇ ਸੈਂਟੀਮੈਂਟਸ ਲੋਕਾਂ ਪ੍ਰਤੀ ਸੀਗੇ। ਚਾਹੇ ਕੁਝ ਵੀ ਹੈ, ਭਾਵੇਂ ਅਕਾਲੀ ਦਲ ਨੇ ਮਰਦੇ ਨੂੰ ਜਾਂ ਮਜਬੂਰੀ ਨੂੰ ਕੀਤੀ ਮਦਦ, ਲੇਕਿਨ ਮਦਦ ਕੀਤੀ, ਇੱਦਾਂ ਹੀ ਕਾਂਗਰਸ ਨੇ ਵੀ ਕੀਤੀ। ਤੇ ਹੁਣ ਇਹਨੂੰ ਅਗਰ ਅਸੀਂ ਪੋਲੀਟੀਕਲੀ ਸੋਚੀਏ, ਤੁਸੀਂ ਪਿੰਡਾਂ ਦੇ ਵਿੱਚ ਤਿੰਨਾਂ ਪਾਰਟੀਆਂ ਨੂੰ ਵੜਨ ਨਾ ਦਿਓ, ਠੀਕ ਹੈ, ਤੇ ਸ਼ਹਿਰਾਂ ਦੀ ਵੋਟ ਤਾਂ ਪਊਗੀ। ਭਾਜਪਾ ਮਿਲਟਰੀ ਸੱਦ ਕੇ ਪਵਾਲੂਗੀ, ਤੇ ਸ਼ਹਿਰਾਂ ਵਿੱਚ ਉਹਨਾਂ ਦਾ ਪ੍ਰਭਾਵ ਹੈਗਾ, ਕਿਤੇ ਨਾ ਕਿਤੇ ਮਿਡਲ ਕਲਾਸ ਹਿੰਦੂ ਵੋਟ ਉਹਨਾਂ ਦੀ ਪੱਕੀ ਵੋਟ ਹੈ। ਤੇ ਬਸ ਫਿਰ ਉਹ ਆਪਾਂ ਹੁਣ 92 ਦੇ ਵਿੱਚ ਸਾਡੇ ਕੋਲ ਇੱਕ ਬਹੁਤ ਵੱਡਾ ਐਗਜ਼ੈਂਪਲ ਹੈ। 92 ਦੇ ਵਿੱਚ ਅਸੀਂ ਬਾਈਕਾਟ ਕਰਤਾ ਸਿੱਖਾਂ ਨੇ ਕਿ ਵੋਟਾਂ ਨਹੀਂ ਪੈਣ ਦੇਣੀਆਂ, ਸਿਰਫ 9% ਵੋਟਾਂ ਪਈਆਂ, ਬੇਅੰਤ ਸਿੰਘ ਦੀ ਸਰਕਾਰ ਬਣ ਗਈ ਔਰ ਪੂਰੇ 5 ਸਾਲ ਚੱਲੀ। ਤੇ ਜੇ ਇੱਦਾਂ ਭਾਜਪਾ ਸਰਕਾਰ ਬਣਾ ਗਈ 8-10% ਵੋਟਾਂ ਦੇ ਸਿਰ ਤੇ ਅਸੀਂ ਗਏ। ਠੀਕ ਹੈ, ਸੋ ਹੁਣ ਮੈਨੂੰ ਲੱਗਦਾ ਕਿ ਥੋੜ੍ਹਾ ਜਿਹਾ ਕਿਸਾਨਾਂ ਨੂੰ ਇਹ ਸੋਚਣਾ ਪਊਗਾ ਕਿ ਸਾਡੀ ਇਸ ਵੇਲੇ ਲੜਾਈ ਜਿਹੜੀ ਹੈਗੀ ਉਹ ਭਾਜਪਾ ਨਾਲ ਹੈ। ਠੀਕ ਹੈ, ਔਰ ਸਾਨੂੰ ਮਤਲਬ ਕਿ ਬਾਕੀ ਤਿੰਨ ਪਾਰਟੀਆਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ, ਨਹੀਂ ਤਾਂ ਫਿਰ ਇਹਦਾ ਫਾਇਦਾ ਭਾਜਪਾ ਨੂੰ ਹੋਊਗਾ, ਭਾਵੇਂ ਉਹਨਾਂ ਦੇ ਲੱਖ ਗਿਲੇ ਸ਼ਿਕਵੇ ਹੋਣ ਅਕਾਲੀਆਂ ਨਾਲ, ਹੈ ਨਾ, ਪਰ ਹੁਣ ਸਾਡੀ ਲੜਾਈ ਜਿਹੜੀ ਹੁਣ ਫਿਰ ਮੌਕੇ ਦੀ ਨਜ਼ਾਕਤ ਇਹੀ। ਕਿਹੜੇ ਮੁੱਦੇ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਭਾਰੀ ਰਹਿਣਗੇ? ਪਿਛਲੀ ਵਾਰ ਬੇਅਦਬੀ ਸੀ, ਨਸ਼ਾ ਸੀ, ਕਿ ਉਹ ਮੁੱਦੇ ਵੀ ਇਸ ਵਾਰ ਕੰਮ ਕਰਨਗੇ ਜਾਂ ਕੋਈ ਹੋਰ ਮੁੱਦੇ ਵੀ ਜੁੜੇ ਆ? ਵੱਡੇ ਪੱਧਰ ਦੇ ਉੱਪਰ ਆਪਾਂ ਕਹੀਏ ਤਾਂ ਸੈਂਟੀਮੈਂਟਸ ਕੰਮ ਕਰਦੇ ਆ। ਰਾਜਨੀਤੀ ਵਿੱਚ ਮੈਂ ਜਿੰਨਾ ਕੁ ਮੇਰਾ ਅਨੁਭਵ ਹੈ, ਮੈਨੂੰ ਐਂ ਲੱਗਦਾ ਕਿ ਹਮੇਸ਼ਾ ਸੈਂਟੀਮੈਂਟਸ ਕੰਮ ਕਰਦੇ ਆ, ਔਰ ਉਹ ਸੈਂਟੀਮੈਂਟ ਜਿਹੜੇ 6 ਮਹੀਨੇ ਪਹਿਲਾਂ 8 ਮਹੀਨੇ ਪਹਿਲਾਂ ਤੈਅ ਹੁੰਦੇ ਆ। ਤੁਸੀਂ ਪਿਛਲੀ ਵਾਰ ਦੇਖ ਸਕਦੇ ਹੋ ਕਿ ਆਪ ਦਾ ਕਿੱਡਾ ਜ਼ਬਰਦਸਤ ਮੋਮੈਂਟਮ ਬਣਿਆ ਹੋਇਆ ਸੀਗਾ, ਆਖਰੀ ਮੌਕੇ 'ਤੇ ਖਾਲਿਸਤਾਨ ਦਾ ਇਸ਼ੂ ਉੱਠਿਆ ਤੇ ਉਹ ਸਾਰੇ ਦਾ ਸਾਰਾ ਕੁਝ ਜ਼ੀਰੋ ਹੋ ਗਿਆ। ਲੇਕਿਨ ਫਿਰ ਵੀ ਸਟਿਲ ਮੈਂ ਸਮਝਦਾ ਕਿ ਕਿਸਾਨ ਜਥੇਬੰਦੀਆਂ ਬਹੁਤ ਵੱਡਾ ਪ੍ਰਭਾਵ ਪਾਉਣਗੀਆਂ, ਪਿੰਡਾਂ ਦੇ ਵਿੱਚ ਬਹੁਤ ਚੇਤਨਾ ਆਈ ਹੈ ਉਹਨਾਂ ਕਰਕੇ, ਔਰ ਸ਼ਹਿਰੀ ਮੱਧ ਵਰਗੀ ਜਿਹੜਾ ਵਪਾਰੀ ਹਿੰਦੂ ਹੈ ਉਹ ਮਹਿੰਗਾਈ ਤੋਂ ਬਹੁਤ ਦੁਖੀ ਹੈ। GST ਦਾ ਸਟਰਕਚਰ ਔਰ ਨੋਟਬੰਦੀ ਔਰ ਕਰੋਨਾ ਦੇ ਦਿਨਾਂ ਦੇ ਵਿੱਚ ਜਿਵੇਂ ਮਿਸ ਹੈਂਡਲਿੰਗ ਕੀਤੀ ਹੈ ਭਾਜਪਾ ਸਰਕਾਰ ਨੇ, ਤਾਂ ਇਹ ਚੀਜ਼ਾਂ ਫੈਕਟਰ ਹੋਣਗੀਆਂ। ਔਰ ਬਹੁਤ ਤੇਲ ਦੀ ਇੰਨੀ ਵਧੀ ਹੋਈ ਕੀਮਤ ਜਾਂ ਬਿਜਲੀ ਦੀ ਵਧੀ ਹੋਈ ਕੀਮਤ, ਇਹ ਫੈਕਟਰ, ਮਹਿੰਗੇ ਬਿਜਲੀ ਸਮਝੌਤੇ ਹੁਣ ਇੱਕ ਬੰਦੇ ਨੂੰ ਪਤਾ ਹੈ, ਤਾਂ ਉਹ ਹੁਣ ਇਹ ਚੀਜ਼ਾਂ ਫੈਕਟਰ ਮਤਲਬ ਕਿ ਵੱਡੇ ਫੈਕਟਰ ਹੋਣਗੇ। ਦਿੱਕਤ ਇਹ ਹੈ ਕਿ ਪੰਜਾਬ ਦੇ ਲੋਕ ਗੁੱਸੇ ਦਾ ਬਹੁਤ ਹੈ, ਉਹਨਾਂ ਨੂੰ ਹੁਣ ਸਮਝ ਵੀ ਆਉਣ ਲੱਗ ਪਈ ਸਾਡੇ ਨਾਲ ਕੀ ਧੱਕਾ ਹੋਇਆ, ਉਹ ਭਾਜਪਾ ਨੇ ਕੀ ਕੀਤਾ, ਅਕਾਲੀਆਂ ਨੇ ਕੀ ਕੀਤਾ, ਕਾਂਗਰਸ ਨੇ ਕੀ ਕੀਤਾ, ਆਪ ਦੀ ਕੀ ਨਲਾਇਕੀ, ਉਹਨਾਂ ਨੂੰ ਸਭ ਕੁਝ ਨਜ਼ਰ ਆ ਰਿਹਾ ਹੈ। ਪ੍ਰੋਬਲਮ ਇਹ ਹੈ ਕਿ ਉਹਨਾਂ ਦੇ ਇਸ ਗੁੱਸੇ ਨੂੰ ਸੇਧ ਨਹੀਂ ਹੈਗੀ, ਉਹਨਾਂ ਨੂੰ ਸੇਧ ਦੇਣ ਵਾਲੀ ਕੋਈ ਪਾਰਟੀ ਨਹੀਂ ਹੈ। ਜਿਵੇਂ ਕਿ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਨੇ ਇੱਕ ਮਤਲਬ ਕਿ ਬੰਗਾਲੀ ਇੱਦਾਂ ਕੋਈ ਪ੍ਰਾਈਡ ਦੇ ਨਾਮ ਦੇ ਉੱਪਰ ਇਲੈਕਸ਼ਨ ਲੜੇ। ਸਾਡੇ ਪੰਜਾਬ ਕੋਲ ਕੋਈ ਇਹੋ ਜਿਹੀ ਪਾਰਟੀ ਨਹੀਂ ਹੈਗੀ ਜਿਹੜੀ ਆਮ ਲੋਕਾਂ ਨੂੰ ਸਮਝਾ ਸਕੇ ਕਿ ਅਸੀਂ ਤੁਹਾਡੀਆਂ ਮੰਗਾਂ ਜਿਹੜੀਆਂ ਹੈਗੀਆਂ ਪ੍ਰਮੁੱਖਤਾ ਨਾਲ ਚੱਕਾਂਗੇ ਔਰ ਤੁਹਾਡੇ ਲਈ ਖੜਾਂਗੇ। ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਪਾਲੀ ਭੁਪਿੰਦਰ ਜੀ, ਜਿਨ੍ਹਾਂ ਨੇ ਬੜੇ ਵਧੀਆ ਵਿਚਾਰ ਦਿੱਤੇ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ। ਉਹਨਾਂ ਸਪਸ਼ਟ ਕੀਤਾ, ਉਹਨਾਂ ਦੱਸਿਆ ਕਿ ਕਿਵੇਂ ਹੋ ਸਕਦਾ ਹੈ ਕਿ 2022 ਦੇ ਇਲੈਕਸ਼ਨ ਹੋਣ, ਖਿਚੜੀ ਸਰਕਾਰ ਬਣੇ ਤੇ 2024 ਤੱਕ ਇਹ ਪਹੁੰਚੇ ਹੀ ਨਾ। ਤਾਂ ਉਹਨਾਂ ਨਾਲ ਇਹ ਵੀ ਕਿਹਾ ਕਿ ਮੇਰੀ ਇੱਛਾ ਹੈ ਕਿ ਇਹੋ ਜਿਹਾ ਕੁਝ ਨਾ ਵਾਪਰੇ, ਪਰ ਜੋ ਲੱਗ ਰਿਹਾ, ਜੋ ਸੰਭਾਵਨਾਵਾਂ ਆ ਰਹੀਆਂ ਉਹ ਇਹੀ ਆ ਰਹੀਆਂ। ਨਾਲ ਹੀ ਉਹਨਾਂ ਇਹ ਵੀ ਕਲੀਅਰ ਕੀਤਾ ਕਿ ਆਮ ਆਦਮੀ ਪਾਰਟੀ ਜੇਕਰ ਆਪਣੀਆਂ ਨਲਾਇਕੀਆਂ ਨਾ ਕਰੇਗੀ ਜਿਵੇਂ ਪਿਛਲੀ ਵਾਰ ਕੀਤੀਆਂ, ਤਾਂ ਉਹ ਇਸ ਇਲੈਕਸ਼ਨਾਂ ਦੇ ਵਿੱਚ ਵਧੀਆ ਪਰਫਾਰਮੈਂਸ ਕਰ ਸਕਦੀ ਹੈ। ਅਕਾਲੀ ਦਲ ਉਹਨਾਂ ਨੇ ਕਿਹਾ ਕਿ ਹਾਲੇ ਵੀ ਬੇਅਦਬੀ ਵਾਲਾ ਦਾਗ ਹੋਵੇ, ਚਾਹੇ ਉਹਨਾਂ ਦੇ ਉੱਪਰ ਨਸ਼ਿਆਂ ਦਾ ਦਾਗ ਹੋਵੇ, ਉਹ ਨਹੀਂ ਲੈ ਸਕਿਆ। ਨਾਲ ਹੀ ਸਿੱਧੂ ਤੇ ਗੱਲਬਾਤ ਕੀਤੀ ਨਵਜੋਤ ਸਿੰਘ ਸਿੱਧੂ ਦੇ, ਤਾਂ ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਆਉਣ ਨਾਲ ਕਾਂਗਰਸ ਨੂੰ ਫਾਇਦਾ ਜ਼ਰੂਰ ਪਹੁੰਚੇਗਾ, ਕਿਉਂਕਿ
ਇਸ ਵਕਤ ਲੋਕਾਂ ਦਾ ਜਿਹੜਾ ਗੁੱਸਾ ਹੈ ਉਹ ਕਾਂਗਰਸ ਤੇ ਬਹੁਤ ਜ਼ਿਆਦਾ, ਤੇ ਕਾਂਗਰਸ ਤੋਂ ਵੀ ਜ਼ਿਆਦਾ ਗੁੱਸਾ ਕੈਪਟਨ ਅਮਰਿੰਦਰ ਸਿੰਘ ਤੇ ਹੈ ਕਿ ਜਿਹੜੀਆਂ ਇਛਾਵਾਂ ਨਾਲ ਅਸੀਂ ਇਹਨਾਂ ਨੂੰ ਸੱਤਾ ਦਿੱਤੀ ਸੀ ਉਹ ਇਛਾਵਾਂ ਤੇ ਸਾਡੀਆਂ ਤੇ ਪੂਰੇ ਨਹੀਂ ਉਤਰੇ। ਕੈਮਰਾ ਪਰਸਨ ਹਿਮਤਾਜ ਢਿੱਲਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕਵਾਈ ਟੀਵੀ, ਚੰਡੀਗੜ੍ਹ।